ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ, ਭੈਣਾਂ ਅਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਪਵਿੱਤਰ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਲਈ ਜਾ ਰਿਹਾ ਹਾਂ। ਪਿਆਰੇ ਭਰਾਓ ਅਤੇ ਭੈਣੋ, ਅੱਜ ਪਾਕ ਮਾਂ ਕਲੀਸਿਆ ਧੰਨ ਕੁਆਰੀ ਮਰੀਮ ਦਾ ਸਵਰਗ ਵਿੱਚ ਉਠਾਏ ਜਾਣ ਦਾ ਤਿਉਹਾਰ ਮਨਾਉਂਦੀ ਹੈ। ਦ ਫੀਸਟ ਆਫ ਦੀ ਅਸੰਪਸ਼ਨ ਆਫ ਦ ਬਲੈਸਡ ਵਰਜਨ ਮੈਰੀ। ਅਤੇ ਨਾਲੇ ਅੱਜ ਸਾਰਾ ਭਾਰਤ ਦੇਸ਼ ਇੰਡੀਪੈਂਡੈਂਸ ਡੇ ਮਨਾਉਂਦੀ ਹੈ। ਮੈਂ ਇਹਨਾਂ ਮਹਾਨ ਤਿਉਹਾਰਾਂ ਦੀ ਖੁਸ਼ੀ ਦੇ ਮੌਕੇ 'ਤੇ ਤੁਹਾਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਮਾਂ ਮਰੀਮ ਸਵਰਗ ਵਿੱਚ ਉਠਾਈ ਗਈ ਹੈ। ਇਸ ਦੇ ਬਾਰੇ ਮੈਂ ਤੁਹਾਡੇ ਸਾਹਮਣੇ ਪਵਿੱਤਰ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਲਈ ਜਾ ਰਿਹਾ ਹਾਂ। ਜਦੋਂ ਅਸੀਂ ਸੰਤ ਲੂਕਾ ਦੀ ਅੰਜੀਲ ਉਹਦਾ ਇੱਕ ਅਧਿਆਇ 46 ਐਤ ਤੋਂ ਲੈ ਕੇ 56 ਐਤ ਤੱਕ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਮਰੀਮ ਪ੍ਰਭੂ ਦੀ ਉਸਤਤ ਕਰਦੀ ਹੈ। ਮਾਂ ਮਰੀਮ ਕਹਿੰਦੇ ਹਨ ਕਿ ਸਰਵਸ਼ਕਤੀਮਾਨ ਖੁਦਾ ਨੇ ਮੇਰੇ ਮਹਾਨ ਕੰਮ ਕੀਤੇ ਅਤੇ ਨਿਮਾਣਿਆਂ ਨੂੰ ਉੱਚਾ ਕੀਤਾ ਹੈ। ਸੱਚਮੁੱਚ ਪਿਆਰਿਓ, ਪ੍ਰਭੂ ਯਿਸੂ ਮਸੀਹ ਦੀ ਮਾਂ ਜਾਨੀ ਕਿ ਧੰਨ ਕੁਆਰੀ ਮਰੀਮ, ਜੋ ਧਰਤੀ ਉੱਤੋਂ ਆਪਣਾ ਸੰਪੂਰਨ ਜੀਵਨ ਸਮਾਪਤ ਕਰਨ ਤੋਂ ਬਾਅਦ ਰੂਹ ਅਤੇ ਜਿਸਮ ਸਮੇਤ ਸਵਰਗ ਵਿੱਚ ਉਠਾਈ ਗਈ। ਇਸ ਗੱਲ ਦੀ ਪੁਸ਼ਟੀ ਪੋਪ ਪਾਈਸ 12ਵੇਂ ਜੀ ਨੇ 1 ਨਵੰਬਰ 1950 ਨੂੰ ਆਪਣੇ ਕਲੀਸਿਆਈ ਫਰਮਾਨ ਦੁਆਰਾ ਕੀਤੀ ਸੀ। ਹੁਣ ਇੱਕ ਸਵਾਲ ਸਾਡੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਮਾਂ ਮਰੀਮ ਦੇ ਸਵਰਗ ਵਿੱਚ ਉਠਾਏ ਜਾਣ ਦਾ ਕੋਈ ਸਬੂਤ ਹੈ? ਸਿੱਧੇ ਤੌਰ 'ਤੇ ਤਾਂ ਪਵਿੱਤਰ ਬਾਈਬਲ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਨਹੀਂ ਕੀਤਾ ਗਿਆ, ਲੇਕਿਨ ਸਾਨੂੰ ਜੋ ਪਵਿੱਤਰ ਬਾਈਬਲ ਦੇ ਵਿੱਚ ਕੁਝ ਗੱਲਾਂ ਸਿੱਖਣ ਦੇ ਲਈ ਮਿਲਦੀਆਂ ਹਨ, ਮੈਂ ਤੁਹਾਨੂੰ ਇਸ ਦੇ ਬਾਰੇ ਪਵਿੱਤਰ ਬਾਈਬਲ ਦੇ ਵਿੱਚ ਜੋ ਵਚਨ ਪੜ੍ਹ ਕੇ ਸੁਣਾਵਾਂਗਾ। ਪਿਆਰਿਓ, ਪਾਕ ਮਾਂ ਕਲੀਸਿਆ ਦੀਆਂ ਰਵਾਇਤਾਂ ਦੇ ਮੁਤਾਬਿਕ ਪੋਪ ਪਾਈਸ 12ਵੇਂ ਜੀ ਨੇ ਕਲੀਸਿਆ ਦੇ ਫਰਮਾਨ ਦੇ ਦੁਆਰਾ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਮਾਂ ਮਰੀਮ ਆਪਣੇ ਪਿਆਰੇ ਬੇਟੇ ਦੇ ਨਾਲ ਹਮੇਸ਼ਾ ਦੀ ਜ਼ਿੰਦਗੀ ਲਈ ਸਵਰਗ ਵਿੱਚ ਵਿਰਾਜਮਾਨ ਹੈ। ਠੀਕ ਪਿਆਰਿਓ, ਸਾਡੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਜੇਕਰ ਅਸੀਂ ਪ੍ਰਭੂ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰਾਂਗੇ, ਖੁਦਾ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਪ੍ਰਦਾਨ ਕਰੇਗਾ। ਸੱਚਮੁੱਚ ਅੱਜ ਅਸੀਂ ਪ੍ਰਭੂ ਦੀ ਮਹਾਨ ਸ਼ਕਤੀ ਅਤੇ ਉਹਦੇ ਬਹੁਮੁੱਲੇ ਪਿਆਰ ਨੂੰ ਯਾਦ ਕਰਦੇ ਹਾਂ। ਤੇ ਕੁਝ ਯਾਦ ਰੱਖਣ ਦੇ ਲਈ ਗੱਲਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਲਈ ਜਾ ਰਿਹਾ ਹਾਂ, ਜੋ ਜ਼ਰੂਰੀ ਗੱਲਾਂ ਹਨ। ਸਾਨੂੰ ਹਰ ਇੱਕ ਵਿਸ਼ਵਾਸੀ ਨੂੰ ਇਹਨਾਂ ਗੱਲਾਂ ਨੂੰ ਆਪਣੇ ਜ਼ਿਹਨ ਯਾਨੀ ਕਿ ਦਿਮਾਗ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉਹ ਕਿਹੜੀ ਗੱਲ ਹੈ? ਪਹਿਲੀ ਗੱਲ ਕਿ ਮਾਂ ਮਰੀਮ ਹਮੇਸ਼ਾ ਹਰ ਇੱਕ ਗੁਨਾਹ ਅਤੇ ਪਾਪ ਤੋਂ ਦੂਰ ਰਹੀ। ਦੂਸਰੀ ਗੱਲ, ਮਾਂ ਮਰੀਮ ਖੁਦਾ ਦੇ ਫਜ਼ਲ ਅਤੇ ਰੂਹ ਪਾਕ ਨਾਲ ਭਰਪੂਰ ਹੈ। ਤੀਸਰੀ ਗੱਲ, ਮਾਂ ਮਰੀਮ ਸਾਡੇ ਪ੍ਰਭੂ ਦੀ ਮਾਂ ਹੈ ਅਤੇ ਕਲੀਸਿਆ ਦੀ ਮਾਂ ਹੈ। ਠੀਕ ਪਿਆਰਿਓ, ਪ੍ਰਭੂ ਦਾ ਅਸੀਂ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਅੱਜ ਪ੍ਰਭੂ ਦੇ ਪਵਿੱਤਰ ਵਚਨਾਂ ਨੂੰ ਸੁਣ ਰਹੇ ਹਾਂ ਆਪਣੇ ਜੀਵਨ ਦੇ ਵਿੱਚ। ਪਵਿੱਤਰ ਬਾਈਬਲ ਵਿੱਚ ਮਾਂ ਮਰੀਮ ਦਾ ਜ਼ਿਕਰ ਕੀਤਾ ਗਿਆ ਹੈ। ਖੁਦਾ ਨੇ ਸਾਰੀ ਮਨੁੱਖ ਜਾਤੀ ਦੀ ਮੁਕਤੀ ਲਈ ਮਾਂ ਮਰੀਮ ਨੂੰ ਆਪਣੇ ਇਕਲੌਤੇ ਬੇਟੇ ਪ੍ਰਭੂ ਦੀ ਮਾਂ ਹੋਣ ਦੇ ਲਈ ਚੁਣ ਲਿਆ। ਇਸ ਮਹਾਨ ਕੰਮ ਨੂੰ ਸੰਪੂਰਨ ਬਣਾਉਣ ਲਈ ਮਾਂ ਮਰੀਮ ਨੇ ਆਪਣੀ ਰਜ਼ਾਮੰਦੀ ਪੇਸ਼ ਕੀਤੀ ਹੈ। ਪਿਆਰਿਓ, ਇਹਨਾਂ ਸਾਰੀਆਂ ਗੱਲਾਂ ਦਾ ਸਬੂਤ ਸਾਨੂੰ ਪਵਿੱਤਰ ਬਾਈਬਲ ਦੇ ਵਿੱਚ ਮਿਲਦਾ ਹੈ। ਜਦੋਂ ਅਸੀਂ ਖਾਸ ਕਰਕੇ ਨਵਾਂ ਨੇਮ ਪੜ੍ਹਦੇ ਹਾਂ, ਪਾਕ ਅੰਜੀਲਾ, ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜਦੋਂ ਮਾਂ ਮਰੀਮ ਨੂੰ ਖੁਦਾ ਨੇ ਚੁਣਿਆ ਯੀਸ਼ੂ ਦੀ ਮਾਂ ਬਣਨ ਦੇ ਲਈ, ਖੁਦਾ ਆਪਣੇ ਇੱਕ ਸਵਰਗਦੂਤ ਨੂੰ ਭੇਜਦਾ ਹੈ, ਜਬਰਾਇਲ ਫਰਿਸ਼ਤੇ ਨੂੰ ਕੋਲ ਭੇਜਦਾ ਹੈ ਖੁਸ਼ੀ ਦਾ ਪੈਗਾਮ ਲੈ ਕੇ, ਅਤੇ ਮਾਂ ਮਰੀਮ ਇਲਿਜ਼ਬਾ ਨੂੰ ਮਿਲਣ ਦੇ ਲਈ ਜਾਂਦੀ ਹੈ, ਇਸ ਖੁਸ਼ੀ ਨੂੰ ਸਾਂਝੀ ਕਰਨ ਦੇ ਲਈ ਕਿ ਖੁਦਾ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ। ਅੱਗੇ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਪੈਦਾ ਹੁੰਦੇ ਹਨ, ਜਨਮ ਲੈਂਦੇ ਹਨ ਪ੍ਰਭੂ ਯਿਸੂ ਦੁਨੀਆ ਦੇ ਵਿੱਚ, ਤੇ ਮਾਂ ਮਰੀਮ ਨਾਸਰਤ ਪਿੰਡ ਨੂੰ ਜਾਂਦੀ ਹੈ। ਇਹ ਸਾਰੀਆਂ ਘਟਨਾਵਾਂ ਸਾਨੂੰ ਮਾਂ ਮਰੀਮ ਦੇ ਜੀਵਨ ਦੇ ਬਾਰੇ ਸਾਨੂੰ ਮਿਲਦੀਆਂ ਹਨ। ਫਿਰ ਦੱਸਿਆ ਹੈ ਕਿ ਮਾਂ ਮਰੀਮ ਹੈਕਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਗਈ ਖੁਦਾ ਦਾ ਧੰਨਵਾਦ ਕਰਨ ਦੇ ਲਈ। ਸੰਤ ਯੂਸਫ ਦੇ ਨਾਲ, ਬਾਕੀ ਜੀਆਂ ਦੇ ਨਾਲ ਮਾਂ ਮਰੀਮ ਗਈ ਪ੍ਰਭੂ ਦਾ ਧੰਨਵਾਦ ਕਰਨ ਦੇ ਲਈ। ਫਿਰ ਮਾਂ ਮਰੀਮ ਸਲੀਬ ਦੇ ਥੱਲੇ ਵੀ ਖੜੀ ਸੀ। ਤੇ ਉਸ ਤੋਂ ਬਾਅਦ ਮਾਂ ਮਰੀਮ ਫਿਰ
ਜੋ ਚੇਲਿਆਂ ਦੇ ਨਾਲ ਪੈਂਤਕੋਸਤ ਵਾਲੇ ਦਿਨ ਜਿਨ੍ਹਾਂ ਤੱਕ ਖੁਦਾ ਦਾ ਆਤਮਾ ਚੇਲਿਆਂ ਉੱਤੇ ਨਹੀਂ ਉਤਰਿਆ, ਉਸ ਸਮੇਂ ਤੱਕ ਮਾਂ ਮਰੀਅਮ ਉਹਨਾਂ ਦੇ ਨਾਲ ਰਹੀ, ਦੁਆ ਕਰਦੀ ਰਹੀ, ਪ੍ਰਾਰਥਨਾ ਕਰਦੀ, ਇੱਕ ਮਨ ਹੋ ਕੇ ਉਹ ਦੁਆ ਕਰਦੀ ਸਨ ਰਸੂਲਾਂ ਦੇ ਨਾਲ ਮਿਲ ਕੇ। ਸੱਚਮੁੱਚ ਪਿਆਰਿਓ, ਸਾਡੀ ਮਾਂ ਮਰੀਅਮ ਨੇ ਸਮੁੱਚੀ ਮਨੁੱਖ ਜਾਤੀ ਨੂੰ ਆਪਣੀ ਜ਼ਿੰਦਗੀ ਦੇ ਰਾਹੀਂ ਇੱਕ ਬਹੁਤ ਵੱਡੀ ਜੋ ਸਬਕ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਆਪਣੀ ਪਿਆਰੀ ਮਾਂ ਮਰੀਅਮ ਦੀ ਹਰ ਇੱਕ ਬੇਨਤੀ ਨੂੰ ਸੁਣ ਕੇ ਉਸ ਨੂੰ ਪੂਰਾ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਸ ਗੱਲ ਦਾ ਸਬੂਤ ਸਾਨੂੰ ਸੰਤ यूहन्ना ਦੀ ਅੰਜੀਲ ਜਦੋਂ ਅਸੀਂ ਪੜ੍ਹੀਏ, ਉਹਦਾ 2 ਅਧਿਆਏ ਉਹਦੀ 5 ਆਇਤ ਵਿੱਚ ਵਚਨ ਲਿਖਿਆ ਹੈ। ਕਾਨਾ ਗਲੀਲ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਨੂੰ ਵਿਆਹ ਦੇ ਵਿੱਚ ਨਿਮੰਤਰਣ ਕੀਤਾ ਗਿਆ, ਸੱਦਾ ਦਿੱਤਾ ਗਿਆ, ਤੇ ਕਹਿੰਦੇ ਹੈ ਕਿ ਉਸ ਵਿਆਹ ਦੇ ਵਿੱਚ ਜੋ ਮੈਂ ਸੀ ਖਤਮ ਹੋ ਗਈ ਕਿ ਮਾਂ ਮਰੀਅਮ ਦੇ ਕੋਲ ਉਹ ਪਰਿਵਾਰ ਆਉਂਦਾ ਹੈ, ਕਹਿੰਦਾ ਕਿ ਤੁਸੀਂ ਆਪਣੀ ਬੇਟੀ ਨੂੰ ਕਹੋ ਕਿ ਇਹ ਜੋ ਸਾਡੀ ਜ਼ਰੂਰਤ ਨੂੰ ਪੂਰਾ ਕਰੇ। ਤੇ ਮਾਂ ਮਰੀਅਮ ਕੀ ਕਹਿੰਦੀ ਹੈ ਆਪਣੇ ਬੇਟੇ ਨੂੰ? ਬੇਟਾ ਤੂੰ ਇਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਖੁਦਾ ਦੀ ਬਾਣੀ ਵਿੱਚ ਲਿਖਿਆ ਹੈ, ਯੀਸ਼ੂ ਦੀ ਮਾਂ ਨੇ ਨੌਕਰਾਂ ਨੂੰ ਕਿਹਾ, ਜਿਸ ਤਰ੍ਹਾਂ ਉਹ ਤੁਹਾਨੂੰ ਕਹੇ ਉਸੇ ਤਰ੍ਹਾਂ ਕਰਨਾ। ਜਿਸ ਤਰ੍ਹਾਂ ਮਾਂ ਮਰੀਅਮ ਸਾਨੂੰ ਕਹਿੰਦੀ ਹੈ, ਜਿਸ ਤਰ੍ਹਾਂ ਪ੍ਰਭੂ ਸਾਨੂੰ ਕਹਿੰਦਾ ਹੈ, ਉਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚ ਕਰਨਾ ਹੈ। ਪ੍ਰਭੂ ਕੀ ਕਹਿੰਦਾ ਹੈ? ਪ੍ਰਭੂ ਕਹਿੰਦਾ ਤੁਸੀਂ ਮੇਰੇ ਕੋਲ ਆਓ। ਪ੍ਰਭੂ ਜੀ ਕਹਿੰਦੇ ਹਨ ਤੁਸੀਂ ਮੇਰੇ ਕੋਲ ਸਿੱਖੋ। ਇਹ ਪ੍ਰਭੂ ਦੇ ਬੋਲ ਹਨ। ਪ੍ਰਭੂ ਜਿਸ ਤਰ੍ਹਾਂ ਸਾਨੂੰ ਕਹਿੰਦਾ ਹੈ, ਮੇਰੇ ਵਿੱਚ ਰਹੋ, ਮੇਰੇ ਵਚਨ ਤੁਹਾਡੇ ਵਿੱਚ ਰਹਿਣ, ਜੋ ਚਾਹੋ ਤੇ ਮੰਗੋ ਤੁਹਾਡੇ ਲਈ ਹੋ ਜਾਵੇਗਾ। ਇਹ ਪ੍ਰਭੂ ਸਾਨੂੰ ਕਹਿੰਦਾ ਹੈ। ਮਾਂ ਮਰੀਅਮ ਨੇ ਇਸੇ ਤਰ੍ਹਾਂ ਕਿਹਾ, ਜਿਸ ਤਰ੍ਹਾਂ ਪ੍ਰਭੂ ਕਹਿੰਦਾ ਹੈ ਉਸੇ ਤਰ੍ਹਾਂ ਤੁਸੀਂ ਕਰਨਾ ਹੈ। ਪ੍ਰਭੂ ਨੇ ਕੀ ਕਿਹਾ? ਇਹਨਾਂ ਮਟਕਿਆਂ ਨੂੰ ਪਾਣੀ ਦੇ ਨਾਲ ਭਰ ਦੇਵੋ। ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਕਾਨਾ ਗਲੀਲ ਦੀ ਅਸੀਂ ਗੱਲ ਕਰ ਰਹੇ ਹਾਂ। ਪ੍ਰਭੂ ਨੇ ਉੱਥੇ ਪਾਣੀ ਉੱਤੇ ਬਰਕਤ ਦਿੱਤੀ ਅਤੇ ਉਹ ਮੈਅ ਦੇ ਵਿੱਚ ਤਬਦੀਲ ਹੋ ਗਈ। ਪ੍ਰਭੂ ਯਿਸੂ ਮਸੀਹ ਨੇ ਆਪਣੀ ਮਾਂ ਸਾਨੂੰ ਸੌਂਪ ਦਿੱਤੀ ਹੈ। ਅੱਜ ਪਿਆਰੀ ਮਾਂ ਮਰੀਅਮ ਸਾਡੇ ਕੋਲ ਹੈ, ਸਾਡੇ ਲਈ ਸਿਫਾਰਿਸ਼ ਕਰਦੀ ਹੈ। ਰੋਜ਼ਰੀ ਮਾਲਾ ਦੇ ਰਾਹੀਂ ਤੁਸੀਂ ਮਾਂ ਮਰੀਅਮ ਦੀ ਇੱਜ਼ਤ ਕਰਦੇ ਹੋ, ਮਾਂ ਮਰੀਅਮ ਦੇ ਬਾਰੇ ਸੋਚਦੇ ਹੋ, ਸਲਾਮੇ ਮਰੀਅਮ ਦੀ ਦੁਆ ਪੜ੍ਹਦੇ ਹੋ। ਇਹ ਦੁਆ ਜੋ ਪਵਿੱਤਰ ਬਾਈਬਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ, ਇਹ ਦੁਆ ਜੋ ਖੁਦਾ ਨੇ ਦਾਊਦ ਫਰਿਸ਼ਤ ਰਾਹੀਂ ਸਾਨੂੰ ਦਿੱਤੀ ਸੀ। ਜਦੋਂ ਅਸੀਂ ਸੰਤ यूहन्ना ਦੀ ਇੰਜੀਲ ਉਹਦਾ 19 ਅਧਿਆਏ ਉਹਦੇ 26 ਐਤ ਤੋਂ ਲੈ ਕੇ 27 ਐਤ ਤੱਕ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਚਨ ਲਿਖਿਆ ਹੈ, ਯੀਸ਼ੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਲਾਗੇ ਖੜੇ ਦੇਖਿਆ ਤਾਂ ਉਹ ਆਪਣੀ ਮਾਂ ਨੂੰ ਬੋਲੇ, ਮਾਂ ਦੇਖ ਤੇਰਾ ਪੁੱਤਰ। ਅਤੇ ਚੇਲੇ ਨੂੰ ਵੀ ਕਿਹਾ, ਦੇਖ ਤੇਰੀ ਮਾਂ। ਉਸੇ ਵੇਲੇ ਉਹ ਚੇਲਾ ਮਰੀਅਮ ਅਰਥਾਤ ਯੀਸ਼ੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ। ਅੱਜ ਪ੍ਰਭੂ ਯਿਸੂ ਮਸੀਹ ਨੇ ਆਪਣੀ ਮਾਂ ਸਾਨੂੰ ਸੌਂਪ ਦਿੱਤੀ ਹੈ। ਅੱਜ ਮਾਂ ਮਰੀਅਮ ਦੇ ਰਾਹੀਂ ਅਸੀਂ ਸਿਫਾਰਿਸ਼ ਕਰਦੇ ਹਾਂ, ਸਾਡੀ ਦੁੱਖ, ਸਾਡੀਆਂ ਮੁਸੀਬਤਾਂ, ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣ। ਰੋਜ਼ਰੀ ਮਾਲਾ ਜੋ ਦੁਆ ਅਸੀਂ ਕਰਦੇ ਹਾਂ, ਸਾਡੇ ਲਈ ਇੱਕ ਵਿਸ਼ਵਾਸ ਜੋ ਪ੍ਰਾਰਥਨਾ ਕਰਨ ਦਾ ਇੱਕ ਤਰੀਕਾ ਹੈ। ਮਾਂ ਮਰੀਅਮ ਦੇ ਰਾਹੀਂ ਸਾਨੂੰ ਖੁਦਾ ਬਰਕਤਾਂ ਦਿੰਦਾ ਹੈ। ਖੁਦਾ ਨੇ ਮਾਂ ਮਰੀਅਮ ਨੂੰ ਸਾਰੀ ਮਨੁੱਖ ਜਾਤੀ ਤੋਂ ਇਲਾਵਾ ਸਵਰਗ ਵਿੱਚ ਵੱਖਰਾ ਹੀ ਰੁਤਬਾ ਦਿੱਤਾ ਹੈ। ਧਰਤੀ ਉੱਤੇ ਅਤੇ ਸਵਰਗ ਵਿੱਚ ਇੱਕ ਵੱਖਰਾ ਹੀ ਰੁਤਬਾ ਦਿੱਤਾ ਹੈ ਮਾਂ ਮਰੀਅਮ ਨੂੰ। ਅਸੀਂ ਪੜ੍ਹਦੇ ਹਾਂ, ਲਿਖਿਆ ਹੈ ਪ੍ਰਕਾਸ਼ ਦੀ ਪੋਥੀ ਉਹਦਾ 12 ਅਧਿਆਏ 1 ਐਤ, ਇਸ ਦੇ ਪਿੱਛੋਂ ਆਕਾਸ਼ ਵਿੱਚ ਇੱਕ ਨਿਸ਼ਾਨ ਦਿਖਾਈ ਦਿੱਤਾ। ਇੱਕ ਔਰਤ ਸੂਰਜ ਦਾ ਵਸਤਰ ਪਾਈ, ਪੈਰਾਂ ਹੇਠ ਦੇ ਚੰਦਰਮਾ ਲਈ ਅਤੇ ਸਿਰ ਦੇ 12 ਤਾਰਿਆਂ ਦਾ ਤਾਜ ਰੱਖੀ ਦਿਖਾਈ ਦਿੱਤੀ। ਮਾਂ ਮਰੀਅਮ ਸੀ। ਮਾਂ ਮਰੀਅਮ ਸਵਰਗ ਦੀ ਰਾਣੀ ਹੈ, ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਦੀ ਮਾਂ ਹੈ। ਪਰਮੇਸ਼ਵਰ ਨੇ ਮਾਂ ਮਰੀਅਮ ਨੂੰ ਸਵਰਗ ਦੀ ਮਹਾਰਾਣੀ ਹੋਣ ਦਾ ਰੁਤਬਾ ਦਿੱਤਾ ਹੈ। ਅਤੇ ਪ੍ਰਭੂ ਯਿਸੂ ਮਸੀਹ ਧਰਤੀ ਦਾ ਰਾਜਾ ਹੈ, ਸਵਰਗ ਦਾ ਰਾਜਾ ਹੈ, ਉਹ ਸਾਡੀ ਜ਼ਿੰਦਗੀ ਦਾ ਵੀ ਰਾਜਾ ਹੈ। ਜੇ ਪ੍ਰਭੂ ਯਿਸੂ ਮਸੀਹ ਰਾਜਾ ਹੈ ਤਾਂ ਉਹਦੀ ਮਾਂ ਮਰੀਅਮ ਸੁਭਾਵਿਕ ਤੌਰ 'ਤੇ ਰਾਣੀ ਹੈ। ਇਸ ਲਈ ਉਸ ਮਾਂ ਦੀ ਅਸੀਂ ਸਿਜਦਾ ਕਰਨੀ ਹੈ। ਮਾਂ ਮਰੀਅਮ ਦੀ ਤਾਬਿਆਦਾਰੀ ਦੇ ਬਾਰੇ ਅਸੀਂ ਜਦੋਂ ਗੱਲ ਕਰਦੇ ਹਾਂ, ਸੰਤ ਲੂਕਾ ਦੇ ਅੰਜੀਲ ਉਹਦਾ 1 ਅਧਿਆਏ 38 ਐਤ ਪੜ੍ਹਦੇ ਹਾਂ ਤੇ ਉਹਦੇ ਵਿੱਚ ਵਚਨ ਲਿਖਿਆ ਹੈ, ਜਦੋਂ ਪਰਮੇਸ਼ਵਰ ਨੇ ਜਬਰਾਇਲ ਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਪਿੰਡ ਵਿੱਚ ਘੱਲਿਆ ਤਾਂ ਖੁਦਾ ਦਾ ਦੂਤ ਮਰੀਅਮ ਨੂੰ ਯੀਸ਼ੂ ਦੀ ਮਾਂ ਬਣਨ ਦੇ ਲਈ ਰਜ਼ਾਮੰਦੀ ਪੁੱਛਦਾ ਹੈ। ਤੇ ਮਾਂ ਮਰੀਅਮ ਇਸ ਗੱਲ ਨੂੰ ਸਵੀਕਾਰ ਕਰਦੀ ਹੈ, ਕਹਿੰਦੀ ਹੈ ਕਿ ਮੈਂ ਪਰਮੇਸ਼ਵਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ ਹੈ ਮੇਰੇ ਨਾਲ ਉਸੇ ਤਰ੍ਹਾਂ ਹੋਵੇ। ਮਾਂ ਮਰੀਅਮ ਨੇ ਹੋਰ ਕੋਈ ਸਵਾਲ ਨਹੀਂ ਕੀਤਾ, ਕਿਉਂਕਿ ਮਾਂ ਮਰੀਅਮ ਜਾਣਦੀ ਸੀ ਕਿ ਖੁਦਾ ਨੇ ਉਸ ਨੂੰ ਇਸ ਮਕਸਦ ਲਈ ਚੁਣਿਆ ਹੈ। ਕਈ ਵਾਰ ਅਸੀਂ ਵੀ ਆਪਣੇ ਜੀਵਨ ਵਿੱਚ ਭੈਣਾਂ ਤੇ ਭਰਾਓ ਮਹਿਸੂਸ ਕਰਦੇ ਹਾਂ ਕਿ ਖੁਦਾ ਨੇ ਮੈਨੂੰ ਚੁਣਿਆ ਹੈ ਕੁਝ ਖਾਸ ਮਕਸਦ ਲਈ। ਅਸੀਂ ਖੁਦਾ ਨੂੰ ਨਹੀਂ ਚੁਣਿਆ, ਖੁਦਾ ਨੇ ਸਾਨੂੰ ਚੁਣਿਆ ਹੈ।
ਜੇਕਰ ਅਸੀਂ ਈਸਾਈ ਹਾਂ, ਪ੍ਰਭੂ ਨੂੰ ਮੰਨਣ ਵਾਲੇ ਹਾਂ, ਤੇ ਪ੍ਰਭੂ ਦੀ ਬਰਕਤ ਹੈ। ਖੁਦਾ ਨੇ ਸਾਨੂੰ ਚੁਣ ਲਿਆ ਹੈ ਆਪਣੀ ਸੇਵਾ ਦੇ ਲਈ, ਅਤੇ ਸਾਡੇ ਤੋਂ ਵੱਖ-ਵੱਖ ਤਰੀਕੇ ਦੇ ਨਾਲ ਪ੍ਰਭੂ ਜੀ ਸੇਵਾ ਲੈ ਰਹੇ ਹਨ ਖੁਦਾ ਦੇ ਸਵਰਗ ਰਾਜ ਨੂੰ ਸਥਾਪਿਤ ਕਰਨ ਦੇ ਲਈ, ਖੁਦਾ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦੇ ਲਈ ਖੁਦਾ ਨੇ ਤੁਹਾਨੂੰ ਵੀ ਚੁਣਿਆ ਹੈ। ਇਸ ਲਈ ਪ੍ਰਭੂ ਦੀ ਹਮੇਸ਼ਾ ਮਰਜ਼ੀ ਨੂੰ ਆਪਣੇ ਜੀਵਨ ਵਿੱਚ ਪੂਰੀ ਹੋਣ ਦੇ ਲਈ ਦਿਨ ਪ੍ਰਤੀ ਦਿਨ ਕੋਸ਼ਿਸ਼ ਕਰਿਆ ਕਰੋ। ਪਿਆਰੋ, ਮਾਂ ਮਰੀਅਮ ਨਾ ਸਿਰਫ ਸਵਰਗਦੂਤ ਦੀਆਂ ਗੱਲਾਂ ਨੂੰ ਸੁਣ ਕੇ ਉਹਨਾਂ ਤੇ ਵਿਸ਼ਵਾਸ ਕਰਕੇ ਇਸ ਗੱਲ ਨੂੰ ਸੰਪੂਰਨ ਤੌਰ ਤੇ ਤਾਬਿਆਦਾਰੀ ਮੰਨਦੀ ਹੈ, ਉਹ ਖੁਦਾ ਦਾ ਮਾਂ ਜਾਨੀ ਕਿ ਯਿਸੂ ਦੀ ਮਾਂ ਬਣਨ ਦੇ ਲਈ ਤਿਆਰ ਹੈ। ਸੰਪੂਰਨ ਤੌਰ ਤੇ ਮਾਂ ਮਰੀਅਮ ਪ੍ਰਭੂ ਨੂੰ ਆਪਣਾ ਜੀਵਨ ਸੌਂਪਣ ਦੇ ਲਈ ਤਿਆਰ ਹੈ। ਜਦੋਂ ਅਸੀਂ ਸੰਤ यूहन्ना ਅੰਜੀਲ ਉਹਦਾ 1 ਅਧਿਆਇ 14 ਐਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਚਨ ਲਿਖਿਆ ਹੈ, ਸ਼ਬਦ ਮਨੁੱਖ ਬਣਿਆ ਅਤੇ ਸਾਡੇ ਵਿੱਚ ਰਿਹਾ। ਇਹ ਸ਼ਬਦ ਮਨੁੱਖ ਕਿਵੇਂ ਬਣਿਆ? ਮਾਂ ਮਰੀਅਮ ਦੇ ਰਾਹੀਂ, ਉਸ ਔਰਤ ਦੇ ਰਾਹੀਂ ਜਿਸ ਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ। ਔਰਤ ਕੌਣ ਸੀ? ਮਾਂ ਮਰੀਅਮ। ਇਸੇ ਤਰ੍ਹਾਂ ਮਾਂ ਮਰੀਅਮ ਦੀ ਤਾਬਿਆਦਾਰੀ ਦੇ ਰਾਹੀਂ ਸਾਰੀ ਮਨੁੱਖ ਜਾਤੀ ਨੂੰ ਮੁਕਤੀ ਪ੍ਰਾਪਤ ਹੋਈ ਹੈ। ਮਾਂ ਮਰੀਅਮ ਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਕੀਤਾ। ਸੋ ਇਸ ਪ੍ਰਕਾਰ ਪਰਮੇਸ਼ਰ ਮਾਂ ਮਰੀਅਮ ਨੂੰ ਰੂਹ ਅਤੇ ਜਿਸਮ ਸਮੇਤ ਸਵਰਗ ਵਿੱਚ ਲੈ ਜਾਂਦਾ ਹੈ। ਮਾਂ ਮਰੀਅਮ ਰੂਹ ਅਤੇ ਜਿਸਮ ਸਮੇਤ ਸਵਰਗ ਵਿੱਚ ਉਠਾਈ ਗਈ। ਹੁਣ ਸਵਾਲ ਹੈ ਕਿ ਖੁਦਾ ਦੇ ਪ੍ਰਤੀ ਸਾਡੀ ਤਾਬੇਦਾਰੀ ਕਿਵੇਂ ਦੀ ਹੈ? ਆਵਰ ਓਬੀਡੀਐਂਸ ਟੂ ਗॉड। ਪਿਆਰਿਓ, ਯਾਦ ਰੱਖੋ, ਅਸੀਂ ਸਾਰੇ ਈਸਾਈ ਲੋਕ ਰੂਹਾਨੀ ਤੌਰ ਤੇ ਆਪਣੇ ਬਪਤਿਸਮੇ ਦੇ ਸਾਗਮੈਂਟ ਦੇ ਰਾਹੀਂ ਖੁਦਾ ਦੇ ਗੋਦ ਲਈ ਬੱਚੇ ਬਣ ਗਏ ਹਾਂ, ਜੋ ਅੰਦਰੂਨੀ ਫਜ਼ਲ ਦਾ ਬਾਹਰੀ ਨਿਸ਼ਾਨ ਹੈ। ਸਾਕਰਮੈਂਟ ਦੇ ਰਾਹੀਂ ਅਸੀਂ ਕਲੀਸਿਆ ਦੇ ਮੈਂਬਰ, ਸਵਰਗ ਰਾਜ ਦੇ ਵਾਰਿਸ ਅਤੇ ਖੁਦਾ ਦੇ ਧੀਆਂ ਪੁੱਤਰ ਬਣ ਗਏ ਹਾਂ। ਜੇਕਰ ਅਸੀਂ ਵੀ ਮਾਂ ਮਰੀਅਮ ਦੇ ਵਾਂਗੂ ਖੁਦਾ ਦੇ ਪ੍ਰਤੀ ਹਮੇਸ਼ਾ ਵਫਾਦਾਰ ਬਣ ਕੇ ਰਹਾਂਗੇ ਤਾਂ ਸੱਚਮੁੱਚ ਖੁਦਾ ਬਾਪ ਯਾਨੀ ਕਿ ਪ੍ਰਭੂ ਯਿਸੂ ਮਸੀਹ ਆਪਣੇ ਪਾਕ ਫਜ਼ਲ ਅਤੇ ਬਰਕਤਾਂ ਨਾਲ ਸਾਨੂੰ ਹਮੇਸ਼ਾ ਭਰਪੂਰ ਕਰਦਾ ਰਹੇਗਾ। ਸਾਡੇ ਸਭ ਪਾਪਾਂ ਤੇ ਗਲਤੀਆਂ ਨੂੰ ਮਾਫ ਕਰਕੇ ਸਾਨੂੰ ਉਸ ਸਵਰਗ ਰਾਜ ਦੀ ਖੁਸ਼ੀ ਪ੍ਰਦਾਨ ਕਰੇਗਾ ਜੋ ਪ੍ਰਭੂ ਨੇ ਸਾਡੇ ਲਈ ਮਿੱਥਿਆ ਹੈ, ਸੋਚਿਆ ਹੈ, ਸਾਡੇ ਲਈ ਸੁਨਹਿਰੀ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਹਨ। ਪ੍ਰਭੂ ਸਾਨੂੰ ਪਿਆਰ ਕਰਦਾ ਹੈ। ਅੱਜ ਪਿਆਰੇ ਪ੍ਰੋਤ ਭੈਣੋ, ਪਾਕ ਮਾਂ ਕਲੀਸਿਆ ਇਸ ਮਹਾਨ ਦਿਨ ਨੂੰ ਯਾਦ ਕਰਦੀ ਹੈ। ਮਾਂ ਮਰੀਅਮ ਸਵਰਗ ਵਿੱਚ ਉਠਾਏ ਜਾਣ ਨੂੰ ਯਾਦ ਕਰ ਰਹੀ ਹੈ ਕਿ ਮਾਂ ਮਰੀਅਮ ਸਵਰਗ ਵਿੱਚ ਰੂਹ ਅਤੇ ਜਿਸਮ ਸਮੇਤ ਸਵਰਗ ਵਿੱਚ ਹੈ। ਮਾਂ ਮਰੀਅਮ ਸਵਰਗ ਦੀ ਰਾਣੀ ਹੈ। ਮਾਂ ਮਰੀਅਮ ਧਰਤੀ ਦੀ ਰਾਣੀ ਹੈ। ਮਾਂ ਮਰੀਅਮ ਸਾਡੀ ਰਾਣੀ ਹੈ। ਮਾਂ ਮਰੀਅਮ ਕਲੀਸਿਆ ਦੀ ਮਾਂ ਹੈ। ਮਾਂ ਮਰੀਅਮ ਮੇਰੀ ਮਾਂ ਹੈ, ਪ੍ਰਭੂ ਦੀ ਮਾਂ ਹੈ। ਇਸ ਲਈ ਆਓ ਅਸੀਂ ਆਪਣੇ ਵਿਸ਼ਵਾਸ ਨੂੰ ਵਧਾਈਏ ਦਿਨ ਪ੍ਰਤੀ ਦਿਨ। ਤਾਂ ਅਸੀਂ ਇਹਨਾਂ ਗੱਲਾਂ ਨੂੰ ਸੋਚ ਵਿਚਾਰ ਕਰੀਏ ਕਿ ਯਿਸੂ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸਾਡੇ ਜੀਵਨ ਵਿੱਚ ਪ੍ਰਭੂ ਬਰਕਤਾਂ ਦਿੰਦਾ ਹੈ ਜਦੋਂ ਅਸੀਂ ਉਹਦੀ ਬਾਣੀ ਨੂੰ ਸੁਣਦੇ ਹਾਂ। ਜਦੋਂ ਅਸੀਂ ਸੰਤ ਲੂਕਾ ਦੀ ਅੰਜੀਲ 1 ਅਧਿਆਇ 46 ਐਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਚਨ ਲਿਖਿਆ ਹੈ, ਮਾਂ ਮਰੀਅਮ ਕਹਿੰਦੀ ਹੈ, ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ। ਇਸੇ ਤਰ੍ਹਾਂ ਅਸੀਂ ਵੀ ਖੁਦਾ ਦਾ ਧੰਨਵਾਦ ਕਰਨਾ ਆਪਣੇ ਜੀਵਨ ਵਿੱਚ। ਮੇਰੀ ਜਾਨ ਪ੍ਰਭੂ ਦਾ ਧੰਨਵਾਦ ਕਰੇ ਹਰ ਸਮੇਂ। ਦੁੱਖ ਦਾ ਸਮਾਂ ਹੋਵੇ, ਖੁਸ਼ੀ ਦਾ ਸਮਾਂ ਹੋਵੇ, ਪ੍ਰਭੂ ਦਾ ਧੰਨਵਾਦ ਕਰਨਾ ਆਪਣੇ ਜੀਵਨ ਦੇ ਵਿੱਚ, ਕਿਉਂਕਿ ਸੁੱਖ ਅਤੇ ਦੁੱਖ ਦੋਨਾਂ ਦਾ ਘੱਲਣ ਵਾਲਾ ਪਰਮੇਸ਼ਰ ਆਪ ਹੈ। ਅੱਜ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ ਕਿ ਅਸੀਂ ਆਪਣੇ ਦੇਸ਼ ਦਾ ਸੁਤੰਤਰ ਦਿਵਸ ਮਨਾਉਂਦੇ ਹਾਂ। ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਗਈ। ਹੁਣ ਅਸੀਂ ਆਜ਼ਾਦ ਹਾਂ। ਇਸ ਆਜ਼ਾਦੀ ਦੇ ਵਿੱਚ ਸਾਨੂੰ ਕੀ ਕਰਨਾ ਹੈ? ਅਸੀਂ ਦੁਆ ਕਰਨੀ, ਪ੍ਰਾਰਥਨਾ ਕਰਨੀ, ਆਪਣੇ ਜੀਵਨ ਦੇ ਰਾਹੀਂ ਪ੍ਰਭੂ ਦੇ ਸ਼ੁਭ ਸਮਾਚਾਰ ਨੂੰ ਲੋਕਾਂ ਵਿੱਚ ਸੁਣਾਉਣਾ ਹੈ। ਦੁਆ ਕਰੀਏ ਆਪਣੇ ਦੇਸ਼ ਦੇ ਲਈ ਤਾਂ ਜੋ ਸਾਡੇ ਦੇਸ਼ ਦੇ ਵਿੱਚੋਂ ਗਰੀਬੀ, ਅਨਪੜ੍ਹਤਾ, ਅਤਿਆਚਾਰ, ਨਸ਼ੇਬਾਜ਼ੀ ਜਾਂ ਭ੍ਰਿਸ਼ਟਾਚਾਰ, ਇਹ ਸਭ ਬੁਰਾਈਆਂ ਜੋ ਖਤਮ ਹੋ ਜਾਣ। ਇੱਕ ਦੂਜੇ ਦੀ ਕਦਰ ਕਰੀਏ ਆਪਣੇ ਜੀਵਨ ਦੇ ਵਿੱਚ, ਮਿਲ ਜੁਲ ਕੇ ਇਸ ਦੇਸ਼ ਦੇ ਵਿੱਚ ਰਹੀਏ। ਸਭ ਕੌਮਾਂ ਨੂੰ ਆਪਸ ਦੇ ਵਿੱਚ ਅਸੀਂ ਮਿਲਾਉਣ ਦੀ ਕੋਸ਼ਿਸ਼ ਕਰੀਏ। ਦੁਆ ਕਰੀਏ ਇੱਕ ਦੂਜੇ ਦੇ ਲਈ। ਖੁਦਾ ਦਾ ਰਾਜ ਪਿਆਰ ਦਾ ਰਾਜ ਹੈ। ਕੋਰੋਨਾ ਵਾਇਰਸ ਜੋ ਮਹਾਮਾਰੀ ਬਿਮਾਰੀ ਇਸ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕੀ ਹੈ। ਦੁਆ ਕਰੀਏ ਪ੍ਰਭੂ ਦੇ ਅੱਗੇ ਕਿ ਖੁਦਾ ਇਸ ਮਹਾਮਾਰੀ ਨੂੰ ਦੁਨੀਆ ਦੇ ਵਿੱਚੋਂ ਖਤਮ ਕਰੇ। ਅੱਜ ਮਾਂ ਮਰੀਅਮ ਰਾਹੀਂ ਪ੍ਰਭੂ ਦੇ ਕੋਲੋਂ ਸਿਫਾਰਿਸ਼ ਮੰਗੀ ਕਿ ਇਸ ਬਿਮਾਰੀ ਨੂੰ ਦੁਨੀਆ ਦੇ ਵਿੱਚ ਦੂਰ ਕਰੋ। ਜਿਸ ਤਰ੍ਹਾਂ
ਮਾਂ ਮਰੀਮ ਕਾਨਾ ਗਲੀਲ ਦੇ ਵਿੱਚ ਪ੍ਰਭੂ ਦੇ ਕੋਲ ਜਾਂਦੀ ਹੈ ਕਿ ਬੇਟਾ ਤੂੰ ਇਹਨਾਂ ਦੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪੂਰਾ ਕਰ। ਉਸੇ ਪ੍ਰਕਾਰ ਮਾਂ ਮਰੀਮ ਅੱਜ ਪ੍ਰਭੂ ਦੇ ਕੋਲੋਂ ਇਸ ਖਾਸ ਬਰਕਤ ਮੰਗੇਗੀ ਦੁਨੀਆ ਦੇ ਲਈ। ਤਾਂ ਉਸੇ ਪ੍ਰਭੂ ਦਾ ਧੰਨਵਾਦ ਕਰੀਏ। ਪਿਆਰੇ ਪ੍ਰੋਤ ਭੈਣੋ, ਅੱਜ ਜੋ ਤੁਸੀਂ ਵਚਨ ਸੁਣੇ ਹਨ, ਇਹਨਾਂ ਵਚਨਾਂ ਸੁਣਨ ਦੇ ਰਾਹੀਂ, ਪੜ੍ਹਨ ਦੇ ਰਾਹੀਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਬੱਚਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਅਤੇ ਆਸ਼ੀਸ਼ਾਂ ਮਿਲਣ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਅਤੇ ਆਸ਼ੀਸ਼ ਦੇਵੇ। ਪਿਆਰੇ ਪ੍ਰੋਤ ਭੈਣੋ, ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਧੰਨ ਕੁਆਰੀ ਮਰੀਮ ਦਾ ਸਵਰਗ ਵਿੱਚ ਉਠਾਈ ਜਾਣ ਦੀ ਈਦ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਸੀਂ ਅੱਜ ਆਪਣੇ ਦੇਸ਼ ਦਾ ਸੁਤੰਤਰਤਾ ਦਿਵਸ ਮਨਾਉਂਦੇ ਹਾਂ। ਇਸ ਮੌਕੇ ਤੇ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਬਹੁਤ ਸਾਰੀਆਂ ਬਰਕਤਾਂ ਮਿਲਣ।